ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ, ਅਕਤੂਬਰ ਤੱਕ ਦਾ ਅਲਟੀਮੇਟਮ ਅਤੇ ਉੱਤਰਾਖੰਡ 'ਚ ਵਾਪਰੀ ਤਰਾਸਦੀ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ 'ਚ ਹੁਣ ਤੱਕ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਸ਼ਹੀਦ ਹੋ ਚੁੱਕੇ ਨੇ, ਉੱਥੇ ਹੀ ਅੱਜ ਵੀ ਜਿਹੜਾ ਹੈਗਾ 3 ਕਿਸਾਨਾਂ ਦੀ ਸ਼ਹਾਦਤ ਦੀ ਗੱਲ ਹੁਣ ਤੱਕ ਸਾਹਮਣੇ ਆਈ ਹੈ। ਤੇ ਇਹ ਸ਼ਹਾਦਤਾਂ ਜਿਹੜੀਆਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇ ਰਹੀਆਂ ਨੇ। ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ, ਕਿਸਾਨਾਂ ਵੱਲੋਂ ਜਿਹੜਾ ਕੱਲ੍ਹ 3 ਘੰਟੇ ਦਾ ਚੱਕਾ ਜਾਮ ਕੀਤਾ ਗਿਆ ਸੀ, ਉਹਨੂੰ ਵੱਡੇ ਪੱਧਰ 'ਤੇ ਹੁੰਗਾਰਾ ਮਿਲਿਆ, ਪਰ ਸਰਕਾਰ ਹਲੇ ਵੀ ਕਹਿ ਰਹੀ ਹੈ ਵੀ ਉਸ ਚੱਕਾ ਜਾਮ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਪਰ ਇਹ ਕਿੰਨਾ ਕੁ ਹੁੰਗਾਰਾ ਮਿਲਿਆ, ਇਹ ਸਭ ਦੇ ਸਾਹਮਣੇ ਹੈ, ਸਭ ਨੂੰ ਪਤਾ ਹੈ ਵੀ ਕਿ ਕੱਲ੍ਹ ਵੱਡੇ ਪੱਧਰ 'ਤੇ ਜਿਹੜਾ ਸੀ ਇਸ ਚੱਕਾ ਜਾਮ ਨੂੰ ਹੁੰਗਾਰਾ ਮਿਲਿਆ। ਅਸੀਂ ਜਾਣਨਾ ਚਾਹਾਂਗੇ, ਇਹ ਚੱਕਾ ਜਾਮ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਤਸ਼ਾਹ ਦੇਗਾ, ਕਿਸ ਤਰ੍ਹਾਂ ਦਾ ਅੱਗੇ ਜਿਹੜਾ ਹੈ ਵਾਧਾ ਕਰੇਗਾ। ਅਸਲ ਦੇ ਵਿੱਚ ਤਾਂ ਇਹ ਸੀਗਾ ਕਿ ਇਹ ਚੱਕਾ ਜਾਮ 26 ਜਨਵਰੀ ਤੋਂ ਬਾਅਦ ਜੋ ਇਵੈਂਟ ਘਟਨਾਵਾਂ ਵਾਪਰੀਆਂ ਨੇ, ਇੱਕ ਵੱਡਾ ਸੱਦਾ ਸੀ। ਹਾਲਾਂਕਿ ਉਹਦੇ ਵਿੱਚ ਦੀ ਵੀ ਕੁਝ ਚੀਜ਼ਾਂ ਵੱਡੀਆਂ ਹੁੰਦੀਆਂ ਰਹੀਆਂ, ਚਾਹੇ ਉਹ ਯੂਪੀ ਦੇ ਵਿੱਚ ਮਹਾਂ ਪੰਚਾਇਤਾਂ ਦਾ ਦੌਰ ਹੈ ਜਾਂ ਹਰਿਆਣੇ ਦੇ ਵਿੱਚ ਹੈ, ਉਹ ਵੱਡੇ ਵੱਡੇ ਇਕੱਠ ਹੋ ਰਹੇ ਨੇ। ਪਰ ਸਮੁੱਚੇ ਭਾਰਤ ਦੇ ਵਿੱਚ ਕੋਈ ਇਕੱਠ ਦਿਖਾਉਣਾ, ਅਤੇ ਇਸੇ ਦੌਰਾਨ ਇੱਕ ਗੱਲ ਇਹ ਆਈ ਸੀਗੀ, ਜਿਹੜਾ ਖਾਸ ਤੌਰ 'ਤੇ ਖੇਤੀ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ, ਜਾਂ ਇਦੋਂ ਪਹਿਲਾਂ ਵੀ ਸਰਕਾਰ ਇਹੀ ਕਹਿੰਦੀ ਆ ਰਹੀ ਹੈ ਕਿ ਇੱਕ ਸੂਬੇ ਦਾ ਜਿਹੜਾ ਅੰਦੋਲਨ ਹੈ, ਅਤੇ ਇਸ ਕਰਕੇ ਸੂਬੇ ਦੇ ਵਿੱਚ ਵੀ ਕਿਉਂਕਿ ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਉਹਦੇ ਵੱਲੋਂ ਗੁੰਮਰਾਹ ਹੋਇਆ ਅੰਦੋਲਨ ਹੈ। ਪਰ ਜਿਹੜਾ ਚੱਕਾ ਜਾਮ ਦਾ ਸਵਾਲ ਹੈ, ਇਹਦੇ 'ਤੇ ਜ਼ਰੂਰੀ ਨਹੀਂ ਕਿ ਸਭ ਨੂੰ ਦਿੱਲੀ ਆਉਣਾ ਪਵੇ। ਦਿੱਲੀ ਦੇ ਹੁਣ ਤਾਂ ਦਿੱਲੀ ਦੇ ਆਲੇ ਦੁਆਲੇ ਵੀ ਬੜੇ ਲੰਮੇ ਸਮੇਂ ਤੋਂ, ਕਿੰਨੇ ਸਮਾਂ ਹੋ ਗਿਆ, ਉੱਥੇ ਨੰਬਰ ਵੀ ਜਿਹੜਾ ਗਿਣਤੀ ਹੈ ਕਿਸਾਨਾਂ ਦੀ ਜਾਂ ਆਮ ਲੋਕਾਂ ਦੀ, ਕਿਉਂਕਿ ਜਨਤਕ ਅੰਦੋਲਨ ਹੈ, ਉਹ ਗਾਜੀਪੁਰ ਵੀ ਕਿੰਨੀ ਹੋ ਗਈ ਹੈ, ਸ਼ਾਹਜਹਾਂਪੁਰ ਵੀ ਕਿੰਨੀ ਹੋ ਗਈ ਹੈ, ਅਤੇ ਇੱਧਰ ਟਿੱਕਰੀ ਅਤੇ ਸਿੰਘੂ ਵੀ, ਦੂਜੇ ਹਰਿਆਣੇ ਵਾਲਿਆਂ ਦੀ ਗਿਣਤੀ ਕਿੰਨੀ ਵੱਧ ਗਈ ਹੈ ਯੂਪੀ ਦੀ, ਇਸ ਲਈ ਉਹ ਵੀ ਨਹੀਂ ਹੈ। ਅਗਲੀ ਗੱਲ ਇਹ ਹੈ, ਜਿਹੜੀਆਂ ਰਿਪੋਰਟਾਂ ਹੁਣ ਤੱਕ ਆਈਆਂ ਨੇ, ਪੰਜਾਬ ਹਰਿਆਣੇ 'ਚ ਤਾਂ ਬਹੁਤ ਜ਼ਿਆਦਾ ਚੱਕਾ ਜਾਮ ਦਾ ਅਸਰ ਦਿਖਾਈ ਦਿੱਤਾ ਹੀ ਦਿੱਤਾ ਹੈ, ਪਰ ਯੂਪੀ ਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਇੱਕ ਬਦਲ ਲਿਆ ਸੀ ਤਰੀਕਾ, ਉਹ ਅਲੱਗ ਗੱਲ ਹੈ। ਪਰ ਇਹਦੇ ਵਿੱਚ ਜਿਹੜੀਆਂ ਰਿਪੋਰਟਾਂ ਕੇਰਲਾ ਤੋਂ, ਕਰਨਾਟਕਾ ਤੋਂ, ਮੱਧ ਪ੍ਰਦੇਸ਼ ਤੋਂ, ਮਹਾਰਾਸ਼ਟਰ ਤੋਂ, ਸਾਰੇ ਕਿਤੋਂ ਆਈਆਂ ਨੇ ਕਿ ਕਿੰਨੇ ਵੱਡੇ ਪੱਧਰ 'ਤੇ ਕਿਸਾਨ ਬਾਹਰ ਆਏ, ਕੋਈ ਕਿਸ ਟਰੈਕਟਰ ਲੈ ਕੇ, ਰੋਕਾਂ ਲਾ ਕੇ ਮੁਜ਼ਾਹਰੇ ਕੀਤੇ। ਉਹ ਸਾਬਿਤ ਕਰਦਾ ਕਿ ਦੇਖ ਕੇ ਵੀ ਸਰਕਾਰ ਦੇਖਣਾ ਨਹੀਂ ਚਾਹੁੰਦੀ। ਉਹ ਇੱਕ ਅਲੱਗ ਗੱਲ ਹੈ ਕਿ ਤੁਸੀਂ ਦੇਖ ਕੇ ਵੀ ਦੇਖਣਾ ਨਹੀਂ ਚਾਹੁੰਦੇ, ਕਿਉਂਕਿ ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਤੁਸੀਂ ਮੰਨ ਲੈਂਦੇ ਹੋ ਕਿ ਆਪਾਂ ਦੇਖਣਾ ਹੀ ਹੈ ਨਹੀਂ, ਤਾਂ ਤੁਸੀਂ ਇਹੋ ਜਿਹੀ ਬਿਆਨਬਾਜ਼ੀ ਕਰਦੇ ਹੋ। ਔਰ ਇਸ ਗੱਲ ਨੇ, ਲੋਕਾਂ ਨੇ ਸਾਬਿਤ ਕਰਤਾ, ਮੈਨੂੰ ਲੱਗਦਾ ਜਦੋਂ ਦੇਖ ਕੇ ਵੀ ਕੋਈ ਨਹੀਂ ਦੇਖਦਾ ਤਾਂ ਉਹ ਨੁਕਸਾਨ ਸਮੁੱਚੇ ਦੇਸ਼ ਦਾ ਵੀ ਕਰਦਾ ਅਤੇ ਆਪਣਾ ਵੀ ਕਰ ਰਿਹਾ, ਕਿਸੇ ਇੱਕ ਦਾ ਨਹੀਂ। ਕਿਸਾਨਾਂ ਨੂੰ ਵੀ ਹੋਰ ਲੰਮਾ ਲਮਕਾਉਣ ਦੀ ਲਈ ਮਜਬੂਰ ਕਰ ਰਿਹਾ ਸੰਘਰਸ਼, ਔਰ ਦੇਸ਼ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਇੱਕ ਬੇਚੈਨੀ ਹੈ ਉਹਨੂੰ ਵਧਾ ਰਿਹਾ, ਅਤੇ ਦੇਸ਼ ਲਈ ਉਹ ਹਾਰਮਫੁਲ ਹੋ ਰਹੀ ਹੈ। ਅਤੇ ਪਾਰਟੀ ਨੂੰ ਵੀ ਕੋਈ ਜਾਂ ਸਰਕਾਰਾਂ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ, ਉਹਦੀ ਬਦਨਾਮੀ ਹੋ ਰਹੀ ਹੈ ਦੁਨੀਆ ਦੇ ਵਿੱਚ ਵੀ, ਦੇਸ਼ ਦੇ। ਜੋ ਲੋਕ ਅੱਖਾਂ ਨਾਲ ਦੇਖ ਲੈਂਦੇ ਨੇ, ਜਦੋਂ ਕੋਈ ਬਿਆਨਬਾਜ਼ੀ ਉਹਦੇ ਉਲਟ ਆਉਂਦੀ ਹੈ ਤਾਂ ਲੋਕ ਭਰੋਸਾ ਕਿਵੇਂ ਕਰਨ। ਪਹਿਲਾਂ ਹੀ ਬੇਭਰੋਸਗੀ ਦਾ ਆਲਮ ਹੈ ਅਸਲ 'ਚ, ਭਰੋਸਾ ਪਹਿਲਾਂ ਹੀ ਨਹੀਂ ਹੋ ਰਿਹਾ ਕਿ ਜਿੰਨੇ ਵਾਅਦੇ ਤੁਸੀਂ ਕੀਤੇ, ਉਹ ਵਾਅਦਿਆਂ ਬਾਰੇ ਤੁਹਾਡਾ ਇਹ ਸਟੈਂਡ ਕੀ ਰਿਹਾ। ਕਦੇ 2 ਕਰੋੜ ਨੌਕਰੀ ਪੈਦਾ ਕਰਨ ਦਾ, ਕਦੇ 15 ਲੱਖ ਰੁਪਈਆ ਖਾਤੇ 'ਚ ਆਉਣ ਦਾ, ਕਦੇ ਹੁਣ ਸਵਾਮੀਨਾਥਨ ਦੇ ਮੁਤਾਬਕ ਤੁਹਾਨੂੰ ਦੇ ਦਿੱਤਾ ਗਿਆ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਲੋਕ ਦੇਖਦੇ ਨੇ ਹਰ ਗੱਲ 'ਤੇ ਫਰਾਡ ਹੋ ਰਿਹਾ, ਅਤੇ ਇਹ ਗੱਲ ਵੀ ਗਲਤ ਹੈ। ਅਤੇ ਜਿੰਨੀ ਬੇਭਰੋਸਗੀ ਪੈਦਾ ਹੁੰਦੀ ਜਾਏਗੀ, ਓਨਾ ਹੀ ਨੁਕਸਾਨ ਹੁੰਦਾ ਜਾਏਗਾ। ਔਰ ਸਾਡੀਆਂ ਸੰਸਥਾਵਾਂ ਤੁਸੀਂ ਮਾਰਤੀਆਂ। ਸਗੋਂ ਜੇ ਅਮਰੀਕਾ ਦਾ ਦੇਖਦੇ ਹਾਂ ਕਿ ਟਰੰਪ ਨੇ ਇਕੱਲੇ ਨੇ ਟਰਾਈ ਕੀਤੀ ਬਹੁਤ ਵੱਡੇ ਪੱਧਰ 'ਤੇ ਜਿਹੜੀਆਂ ਸੰਸਥਾਵਾਂ ਨੂੰ ਵੀ ਮਾਰਨ ਦੀ, ਪਰ ਉੱਥੇ ਦਾ ਮੀਡੀਆ ਵੀ ਇੱਕ ਸਟੈਂਡ ਲੈ ਕੇ ਖੜ੍ਹਾ ਰਿਹਾ। ਇੱਥੋਂ ਤੱਕ ਕਿ ਜਿਹੜੀ ਸੱਤਾ ਦੇ ਪੱਖ ਦਾ ਮੀਡੀਆ ਸੀ, ਉਹ ਵੀ ਸੱਤਾ ਵਿਰੋਧੀ ਹੋ ਕੇ ਖੜ੍ਹਿਆ, ਕਿਉਂਕਿ ਟਰੰਪ ਗਲਤ ਕਰ ਰਿਹਾ ਸੀ। ਅਤੇ ਉੱਥੇ ਦੀ ਹਾਈ ਕੋਰਟ, ਸੁਪਰੀਮ ਕੋਰਟ ਖੜ੍ਹੀ ਰਹੀ, ਉੱਥੇ ਦੀ FDI ਖੜ੍ਹੀ ਰਹੀ, ਪੁਲਿਸ ਖੜ੍ਹੀ ਰਹੀ, ਸਾਰੇ ਲੋਕ ਖੜ੍ਹੇ ਰਹੇ ਕਿ ਨਹੀਂ ਇੱਦੋਂ ਹੇਠਾਂ ਨਹੀਂ ਜਾਣਾ। ਇਸੇ ਕਰਕੇ ਉੱਥੇ ਚੱਲਦਾ ਰਿਹਾ। ਸਾਡੇ ਅਸਲ 'ਚ ਸੰਸਥਾਵਾਂ ਨੂੰ ਵੀ ਉਹਨਾਂ ਨੇ ਉਸ ਢੰਗ ਨਾਲ ਮੈਨੇਜ ਕੀਤਾ ਕਿ ਉਹ ਜੋ ਮਰਜ਼ੀ ਬੋਲਣ, ਉਹ ਚੱਲਦਾ ਇਹ ਕਹਿ ਕੇ, ਤਾਂ ਉਹ ਫਿਰ ਇੱਕ ਬੜੀ ਵੱਡੀ ਬੇਚੈਨੀ ਨੂੰ ਜਨਮ ਦੇਣ ਵਾਲੀ ਗੱਲ ਹੈ। ਅਤੇ ਹਕੀਕਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਸਰਕਾਰ ਨੂੰ, ਹਕੀਕਤ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਪੈਣਗੇ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪਾਰਲੀਮੈਂਟ 'ਚ ਇੱਕ ਵਾਰ ਫੇਰ ਕੇਂਦਰੀ ਮੰਤਰੀ ਨੇ ਇਸ ਅੰਦੋਲਨ ਨੂੰ ਇੱਕ ਸੂਬੇ ਨਾਲ ਜੋੜ ਕੇ ਦੱਸਿਆ, ਇਹਦੇ ਨਾਲ ਹੀ ਫਿਰ ਉਹਨਾਂ ਨੇ ਕਹਿ ਤਾ ਵੀ ਕਿ ਖੇਤੀ ਕਾਨੂੰਨਾਂ 'ਚ ਕੋਈ ਗਲਤੀ ਤਾਂ ਹੈ ਨਹੀਂ, ਪਰ ਅਸੀਂ ਫਿਰ ਵੀ ਕਿਸਾਨਾਂ ਦੀ ਮੰਗਾਂ ਮੰਨਦੇ ਹੋਏ ਇਹਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹਾਂ। ਅਤੇ ਇਹਦੇ ਨਾਲ ਹੀ ਉਹ ਕਹਿ ਰਹੇ ਨੇ ਅਸੀਂ ਗੱਲਬਾਤ ਲਈ ਵੀ ਤਿਆਰ ਹਾਂ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਇਹੀ ਕਹਿਣਾ ਵੀ ਕਿ ਜਦੋਂ ਤੱਕ ਕੇਂਦਰ ਵੱਲੋਂ ਕੋਈ ਨਵੀਂ ਪ੍ਰਪੋਜ਼ਲ ਨਹੀਂ ਸਾਨੂੰ ਦਿੱਤੀ ਜਾਂਦੀ, ਅਸੀਂ ਗੱਲਬਾਤ ਲਈ ਨਹੀਂ ਆਵਾਂਗੇ, ਵੀ ਪਹਿਲਾਂ ਨਵੀਂ ਪ੍ਰਪੋਜ਼ਲ ਤਿਆਰ ਕੀਤੀ ਜਾਵੇ, ਫਿਰ ਗੱਲਬਾਤ ਕੀਤੀ ਜਾਵੇ। ਇਸ ਨੂੰ ਤੁਸੀਂ ਕਿਵੇਂ ਦੇਖੋ?
ਅਸਲ ਦੇ ਵਿੱਚ ਤਾਂ ਇਹ ਹੈ ਕਿ ਇਹਦੇ ਲਈ ਕੋਈ ਸਾਨੂੰ ਦੱਸਿਆ ਨਹੀਂ ਗਿਆ ਗਲਤ ਕੀ ਹੈ। ਪਹਿਲਾਂ ਤਾਂ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਨੇ ਪਹਿਲਾਂ ਵੀ ਇਹਦੇ ਤੇ ਇਤਰਾਜ਼ ਉਠਾਏ, ਉਹਨਾਂ ਦੀ ਗੱਲ ਨਹੀਂ ਮੰਨੀ ਗਈ। ਔਰ ਇਹ ਵੀ ਇੱਕ ਇਤਰਾਜ਼ ਇਲਜ਼ਾਮ ਲੱਗਦਾ ਕਿ ਜਿਹੜੀ ਰਾਜ ਸਭਾ ਹੈ ਉਹਦੇ 'ਚ ਤੁਸੀਂ ਧੱਕੇ ਨਾਲ ਕਰ ਲਿਆ। ਇਦੋਂ ਵੀ ਵੱਡਾ ਇੱਕ ਸਵਾਲ ਇਹ ਹੈ ਕਿ ਤੁਸੀਂ ਕਰੋਨਾ ਦੇ ਦੌਰਾਨ ਜਦੋਂ ਲੋਕ ਕਰੋਨਾ ਦੇ ਵਿੱਚ ਮਤਲਬ ਤੰਗ ਹੋ ਰਹੇ ਸੀ, ਉਦੋਂ ਕਿਉਂ ਲਿਆਂਦਾ ਚੋਰ ਮੋਰੀ ਰਹੀ ਜੇਕਰ ਤੁਹਾਨੂੰ ਲੱਗਦਾ ਕਿ ਬਿਲਕੁਲ ਠੀਕ ਨੇ ਉਸੇ ਤਰੀਕੇ ਦੇ ਨਾਲ। ਫਿਰ ਉਦੋਂ ਅਗਲਾ ਇੱਕ ਅੱਜ ਵੀ ਮੈਂ ਸੁਣਿਆ ਕਿ ਜਦੋਂ ਕੱਲ੍ਹ ਵੀ ਖੇਤੀ ਮੰਤਰੀ ਦੀ ਇੱਕ ਇੰਟਰਵਿਊ ਆ ਰਹੀ ਸੀ, ਉਹ ਬਾਰ-ਬਾਰ ਕਹਿੰਦਾ ਕਾਂਗਰਸ ਦੇ ਮੈਨੀਫੈਸਟੋ 'ਚ ਵੀ ਇਹੀ ਲਿਖਿਆ ਸੀ, ਕਾਂਗਰਸ ਦੇ ਫਲਾਨਾ ਵੀ ਕਾਂਗਰਸ ਦੇ ਮੈਨੀਫੈਸਟੋ 'ਚ ਲਿਖਿਆ ਸੀ। ਤਾਂ ਫਿਰ ਕੀ ਹੋ ਗਿਆ? ਜੋ ਕਾਂਗਰਸ ਕਰਦੀ ਹੈ ਤੁਸੀਂ ਜੋ ਕਾਂਗਰਸ ਕਰਦੀ ਹੈ ਉਹੀ ਕਰੋਗੇ। ਉਹ ਕਹਿੰਦੇ ਅਸੀਂ ਪਾਰਟੀ ਵਿੱਚ ਡਿਫਰੈਂਸ ਆ, ਸਾਡੀ ਪਾਰਟੀ ਇੱਕ ਅਲੱਗ ਪਾਰਟੀ ਹੈ, ਸਾਡਾ ਕੋਈ ਵੈਲਿਊ ਹੈ, ਸਾਡਾ ਕੋਈ ਸਿਸਟਮ ਹੈ। ਇਹਦਾ ਮਤਲਬ ਤਾਂ ਇਹ ਹੈ ਕਿ ਬੀਜੇਪੀ ਹੈ ਤੇ ਜੇ ਕਾਂਗਰਸ ਕਰਦੀ ਹੈ ਤਾਂ ਕਾਂਗਰਸ ਹੋ ਜੇ, ਫਿਰ ਬੀਜੇਪੀ ਕਿਉਂ ਹੈ? ਬਿਲਕੁਲ। ਇਸ ਲਈ ਇਹਦੇ ਨਾਲ ਕੋਈ ਗੱਲ ਠੀਕ ਤਾਂ ਨਹੀਂ ਹੋ ਜਾਂਦੀ ਨਾ। ਜੇ ਤੁਸੀਂ ਕਹਿੰਦੇ ਵੀ ਫਲਾਨੀ ਪਾਰਟੀ ਜਾਂ ਫਲਾਨਾ ਬੰਦਾ, ਕਿਸੇ ਬੰਦੇ ਨੇ ਕਿਸੇ ਦਾ ਕਤਲ ਕਰਤਾ, ਉਹ ਕਹਿੰਦਾ ਉਹਨੇ ਵੀ ਤਾਂ ਕਤਲ ਕੀਤਾ ਸੀ, ਉਹਨੇ ਵੀ ਕਤਲ ਕੀਤਾ ਸੀ, ਇਹਦੇ ਨਾਲ ਤੁਹਾਡਾ ਕਤਲ ਜਸਟੀਫਾਈ ਹੋ ਜਾਂਦਾ। ਤੁਹਾਡਾ ਕਤਲ ਇਹ ਹੋ ਜਾਂਦਾ ਕਿ ਤੁਸੀਂ ਠੀਕ ਕਰ ਰਹੇ ਹੋ। ਮਤਲਬ ਗਲਤ ਗੱਲ ਤਾਂ ਦਲੀਲ 'ਤੇ ਹੁੰਦੀ ਹੈ, ਗਲਤ ਗੱਲ ਤਾਂ ਦਲੀਲ ਔਰ ਤੱਥਾਂ ਦੇ ਆਧਾਰ 'ਤੇ ਦੇਖੀ ਜਾਂਦੀ ਹੈ ਕਿ ਕੀ ਤੁਹਾਡਾ ਗਲਤ ਕੀਤਾ ਜਾਂ ਤੁਸੀਂ ਠੀਕ ਕੀਤਾ। ਤੱਥਾਂ ਤੇ ਦਲੀਲ 'ਤੇ ਆਧਾਰ ਤਾਂ ਤੁਹਾਡੇ ਨਾਲ ਕਿੰਨੇ ਵਾਰ ਗੱਲ ਕਿਸਾਨਾਂ ਦੀ ਹੋ ਚੁੱਕੀ ਹੈ, ਉਹ 'ਚ ਤੁਸੀਂ ਸੌਦਾ ਕਰਨ ਲਈ ਤਿਆਰ ਹੋ, ਉਹਦੇ 'ਚ ਤੁਸੀਂ ਬੰਦ ਕਰਨ ਲਈ ਤਾਂ ਸਭ ਕੁਝ ਤਿਆਰ ਹੋ। ਬਾਰ-ਬਾਰ ਇੱਕੋ ਗੱਲ ਦਾ ਰੱਟ ਲਾਉਣ ਦਾ ਮੇਰਾ ਖਿਆਲ ਹੈ ਕੋਈ ਮਾਨਾ ਨਹੀਂ ਬਚਦਾ। ਜਿਹੜੀ ਗੱਲਬਾਤ ਦਾ ਸਵਾਲ ਹੈ, ਹੁਣ ਵੀ ਕੇਂਦਰੀ ਮੰਤਰੀ ਨੇ ਕਹਿ ਦਿੱਤਾ ਅਸੀਂ ਗੱਲ ਕਰਾਂਗੇ, ਮੈਨੂੰ ਜਲਦੀ ਸਮਾਧਾਨ ਹੋਣ ਦਾ ਮਤਲਬ ਹੈ, ਲੱਗੇਗਾ ਕਿ ਜਲਦੀ ਹੋ ਜਾਏਗਾ। ਉਹ ਜਲਦੀ ਕਿਵੇਂ ਹੋ ਜਾਏਗਾ? ਪ੍ਰਧਾਨ ਮੰਤਰੀ ਦਾ ਟੈਲੀਫੋਨ ਨਹੀਂ ਮਿਲਦਾ ਤੇ ਤੁਸੀਂ ਗੱਲ ਦੇ ਲਈ ਕੋਈ ਪ੍ਰਪੋਜ਼ਲ ਨਹੀਂ ਰੱਖਦੇ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕੋਈ ਪ੍ਰਪੋਜ਼ਲ ਲਿਆਓਗੇ ਨਵੀਂ ਤਾਂ ਦੇਵਾਂਗੇ। ਵੈਸੇ ਵੀ ਉਦੋਂ ਵੀ ਬੜੀ ਗੱਲ ਹੁੰਦੀ ਹੈ ਕਿ ਤੁਸੀਂ ਮਾਹੌਲ ਲਗਾਤਾਰ ਗੱਲਬਾਤ ਵਾਲਾ ਰਹਿਣ ਨਹੀਂ ਦੇ ਰਹੇ, ਖਰਾਬ ਕਰ ਰਹੇ ਹੋ। ਜਦੋਂ ਕੋਈ ਬੰਦਾ ਠੀਕ ਪਾਸੇ ਨਾ ਬੋਲੇਗਾ, ਠੀਕ ਪਾਸੇ ਨਾ ਸੋਚੇਗਾ ਤਾਂ ਮਾਹੌਲ ਖਰਾਬ ਹੁੰਦਾ। ਦੂਜੀ ਧਿਰ ਨੂੰ ਤੁਸੀਂ ਜ਼ਿਆਦਾ ਪ੍ਰਵੋਕ ਕਰ ਰਹੇ ਹੋ ਔਰ ਇਸੇ ਕਰਕੇ ਉਹ ਮਾਹੌਲ ਨਹੀਂ। ਜਦੋਂ ਧੜਾ ਧੜ ਮੁਕੱਦਮੇ ਦਰਜ ਕਰੋਗੇ, ਜਦੋਂ ਧੜਾ ਧੜ ਖਾਲਿਸਤਾਨੀ ਦਾ ਇਲਜ਼ਾਮ ਲਾਓਗੇ, ਜਦੋਂ ਧੜਾ ਧੜ ਪਾਬੰਦੀਆਂ ਐਡੀਆਂ ਵੱਡੀਆਂ ਖੜੀਆਂ ਕਰੋਗੇ ਤਾਂ ਗੱਲਬਾਤ ਦਾ ਤੁਸੀਂ ਮਾਹੌਲ ਨਹੀਂ ਛੱਡ ਰਹੇ। ਜੇ ਸੱਚੀਓ ਇਹ ਹੈ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਰਿਮੂਵ ਕਰਨ ਦਾ ਸਵਾਲ ਹੁੰਦਾ। ਉਦੋਂ ਬਾਅਦ ਕਹਿੰਦੇ ਦੇਖੋ ਅਸੀਂ ਆਹ ਤੁਹਾਡਾ ਕੀਤਾ। ਅਤੇ ਉਦੋਂ ਬਾਅਦ ਜਦੋਂ ਵੀ ਕੋਈ ਗੱਲ ਹੁੰਦੀ ਹੈ, ਜੇ ਈਵਨ ਪਾਕਿਸਤਾਨ ਨਾਲ ਵੀ ਹੁੰਦੀ ਹੈ ਤਾਂ ਕਹਿੰਦੇ ਨੇ ਪਹਿਲਾਂ ਆਪਾਂ ਸੀਜ਼ ਫਾਇਰ ਕਰੋ, ਗੋਲੀਬੰਦੀ ਕਰੋ। ਜਦੋਂ ਹਥਿਆਰਬੰਦ ਮੂਵਮੈਂਟਾਂ ਦੇ ਵਿੱਚ ਵੀ ਹੁੰਦੀ ਹੈ, ਈਵਨ ਕਸ਼ਮੀਰ 'ਚ ਵੀ ਕਿੰਨੇ ਵਾਰ ਹੋਈ, ਪੰਜਾਬ 'ਚ ਵੀ ਇੰਨੇ ਸਮੇਂ ਲਈ ਗੋਲੀ ਬੰਦ ਕਰ ਦਿਓ, ਆਪਾਂ ਦੋਨਾਂ ਧਿਰਾਂ 'ਚੋਂ ਕੋਈ ਨਾ ਪੁਲਿਸ ਚਲਾਊਗੀ ਨਾ ਖਾੜਸੂ ਚਲਾਉਣਗੇ, ਆਪਾਂ ਉਹਨਾਂ ਚਿਰ ਗੱਲਬਾਤ ਕਰ ਰਹੇ ਹਾਂ। ਉਹਦੇ 'ਚ ਵੀ ਇਹ ਚੀਜ਼ਾਂ ਹੁੰਦੀਆਂ ਨੇ। ਤੁਸੀਂ ਤਾਂ ਇਹ ਡੈਮੋਕ੍ਰੇਟਿਕ ਸਟਰਗਲ ਨਾਲ ਪੁੱਠਾ ਪੰਗਾ ਪਾ ਰਹੇ ਹੋ ਅਤੇ ਜਿਹੜਾ ਨਹੀਂ ਹੈ ਠੀਕ ਕਿਸੇ ਵੀ ਰੂਪ ਦੇ ਵਿੱਚ। ਗੱਲਬਾਤ ਲਈ ਮਾਹੌਲ ਤਿਆਰ ਕਰੋ, ਗੱਲਬਾਤ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਔਰ ਗੱਲਬਾਤ ਹੀ ਮਸਲੇ ਦਾ ਹੱਲ ਹੈ। ਬਲਕਿ ਦਲੀਲਾਂ ਬਹੁਤ ਹੋ ਚੁੱਕੀਆਂ ਨੇ, ਸਾਰਿਆਂ ਨੂੰ ਪਤਾ ਹੈ ਕਿ ਇਹ ਬਿੱਲ ਕਾਰਪੋਰੇਟ ਦੇ ਹਮਾਇਤੀ ਨੇ। ਦੂਜੀ ਗੱਲ ਸਭ ਨੂੰ ਇਹ ਪਤਾ ਹੈ ਕਿ ਇਹ ਬਿੱਲ ਸਟੇਟਾਂ ਦਾ ਹੱਕ ਮਾਰਨ ਵਾਲੇ ਨੇ, ਗੌਰਮੈਂਟ ਆਫ ਇੰਡੀਆ ਨੂੰ ਕੋਈ ਹੱਕ ਨਹੀਂ। ਜਾਂ ਤਾਂ ਤੁਸੀਂ ਜੇ ਬਹੁਤ ਜ਼ਿਆਦਾ ਮਤਲਬ ਠੀਕ ਹੋ ਤਾਂ ਤੁਸੀਂ ਆਪ ਸੁਪਰੀਮ ਕੋਰਟ ਦੇ ਹਵਾਲੇ ਕਰ ਦਿਓ ਕਿ ਸੁਪਰੀਮ ਕੋਰਟ ਇਹ ਫੈਸਲਾ ਕਰੇ ਜੀ ਕਿ ਇਹ ਗੈਰ ਸੰਵਿਧਾਨਕ ਨੇ ਜਾਂ ਸੰਵਿਧਾਨਕ ਨੇ। ਇਹ ਇੱਕ ਵੱਡੇ ਸਵਾਲ 'ਤੇ, ਇਹ ਟੈਕਨੀਕਲਿਟੀ ਦੀ ਬਜਾਏ ਇਹ ਵੱਡੇ ਕੁਐਸਚਨ ਨੇ, ਜਿਹੜੇ ਵੱਡੇ ਕੁਐਸਚਨਾਂ ਦੇ ਕਰਕੇ ਇਹ ਦੋ ਬੁਨਿਆਦੀ ਗੱਲਾਂ ਕਰਕੇ ਇਹ ਬਿੱਲਾਂ ਦਾ ਵਿਰੋਧ ਜ਼ਿਆਦਾ ਹੋ ਰਿਹਾ ਅਤੇ ਬੁਨਿਆਦੀ ਗੱਲਾਂ 'ਤੇ ਤੁਸੀਂ ਗੱਲ ਹੀ ਨਹੀਂ ਕਰ ਰਹੇ। ਕੋਈ ਮੰਤਰੀ ਨਹੀਂ ਗੱਲ ਕਰ ਰਿਹਾ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਕਿ ਇਹ ਸਾਡਾ ਹੱਕ ਹੈ, ਇਹ ਸੂਬਿਆਂ ਦਾ ਹੱਕ ਨਹੀਂ ਹੈ। ਤੁਸੀਂ ਇਹ ਕਹੋ ਕਿ ਇਹਦਾ ਕਾਰਪੋਰੇਟ ਨੂੰ ਬੈਨੀਫਿਟ ਨਹੀਂ ਹੈ, ਇਹਦਾ ਕਿਸਾਨਾਂ ਨੂੰ ਕਿਉਂ ਬੈਨੀਫਿਟ ਹੈ, ਉਹ 'ਤੇ ਗੱਲ ਕਰੋ। ਇੱਥੇ ਤਾਂ ਗੱਲ ਨਹੀਂ ਹੋ ਰਹੀ। ਗੱਲ ਅਸਲ 'ਚ ਇਹਦੇ ਉਲਟ ਹੈ, ਕਿਉਂਕਿ ਇਹ ਕੋਈ ਪਹਿਲਾਂ ਕਰਦਾ ਸੀ, ਬਾਅਦ 'ਚ ਕਰਦਾ ਸੀ, ਸੁਧਾਰ ਹੋਣੇ ਚਾਹੀਦੇ ਨੇ, ਨਹੀਂ ਹੋਣੇ ਚਾਹੀਦੇ, ਇਹ ਮਾਮਲਾ ਨਹੀਂ ਹੈ। ਮਾਮਲਾ ਹੈ ਪੰਜਾਬ ਦੇ ਐਕਟ 'ਚ ਕੀ ਹੈ ਕੀ ਨਹੀਂ ਹੈ, ਇਹ ਵੀ ਮਾਮਲਾ ਨਹੀਂ ਹੈ। ਮਾਮਲਾ ਕੇਵਲ ਇਹ ਹੈ ਪੰਜਾਬ ਦੇ, ਹਾਲਾਂਕਿ ਪੰਜਾਬ ਦੇ ਜਿੰਨੇ ਐਕਟ ਨੇ ਔਰ ਉਹ ਐਕਟ ਸਟੇਟ ਗੌਰਮੈਂਟ ਦੇ ਕੰਟਰੋਲ ਹੇਠ ਰਹੇ ਨੇ ਔਰ ਉਹਨਾਂ 'ਚ ਜੋ ਵੀ ਗੱਲ ਹੋਣੀ ਸੀ ਉਹਨਾਂ ਦੇ ਐਕਟਾਂ ਦੇ ਤਹਿਤ ਸਟੇਟ ਗੌਰਮੈਂਟ ਦਾ ਕੰਟਰੋਲ ਹੋਣਾ ਸੀ। ਇਹਦੇ 'ਚ ਹੁਣ ਤੁਸੀਂ ਉਹਨਾਂ ਦਾ ਕੰਟਰੋਲ ਖੋਹ ਲਿਆ। ਇਹਦੇ 'ਚ ਵੱਡਾ ਗੈਪ ਹੈ ਦੋਨਾਂ ਦੇ ਵਿੱਚ। ਇਸ ਕਰਕੇ ਇਹਦਾ ਦਾ ਤਾਲਮੇਲ ਦਾ ਜਿਹੋ ਜਿਹਾ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਉਹ ਕਨਫਿਊਜ਼ਨ ਕ੍ਰੀਏਟ ਕਰਨ ਲਈ ਦੱਸੀਆਂ ਜਾ ਰਹੀਆਂ ਨੇ, ਮਾਮਲੇ ਨੂੰ ਹੱਲ ਕਰਨ ਲਈ ਨਹੀਂ। ਜੀ ਹਮੀਰ ਸਿੰਘ ਜੀ, ਖੇਤੀ ਕਾਨੂੰਨਾਂ ਬਾਰੇ ਕੇਂਦਰ ਦੇ ਵਤੀਰੇ ਤੋਂ ਜਿਹੜਾ ਹੈਗਾ ਭਾਜਪਾ ਅਤੇ RSS ਦਾ ਇੱਕ ਵੱਡਾ ਜਿਹੜਾ ਅੰਦਰੂਨੀ ਲੈਵਲ 'ਤੇ ਧੜਾ ਹੈ ਉਹ ਨਾਰਾਜ਼ ਦਿਖਾਈ ਦੇ ਰਿਹਾ। ਅਸੀਂ ਜਾਣਨਾ ਚਾਹਾਂਗੇ ਉਹ ਕੌਣ ਹੈ ਅਤੇ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ, ਕੀ ਗੱਲਾਂ ਕਰ ਰਹੇ ਨੇ? ਨਹੀਂ, ਉਹਦੇ 'ਚ ਦੋਨੋਂ ਨੇ ਪਹਿਲਾਂ ਤੋਂ ਵੀ, ਵੈਸੇ ਤਾਂ ਬੜੇ ਲੰਮੇ ਸਮੇਂ ਦੇ ਤੋਂ ਵੀ ਕੁਝ ਭਾਰਤੀ ਕਿਸਾਨ ਸੰਘ ਜਿਹੜਾ ਇਹਨਾਂ ਦਾ ਆਪਣਾ ਹੈ, ਉਹਨਾਂ ਨੇ ਲਿਖ ਕੇ ਇਤਰਾਜ਼ ਕੀਤੇ ਕਿ ਵੀ ਇਹ ਨਹੀਂ ਹੈ ਠੀਕ, ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਜਾਂ ਇਹਨੂੰ ਬੜੇ ਵੱਡੇ ਪੱਧਰ 'ਤੇ ਅਮੈਂਡ ਕਰਨਾ ਚਾਹੀਦਾ, ਸੋਧਣਾ ਚਾਹੀਦਾ। ਔਰ ਉਦੋਂ ਬਾਅਦ ਵੀ RSS ਦੇ ਹੁਣ ਵੀ ਕਈ ਆਗੂਆਂ ਨੇ
ਮਤਲਬ ਗੱਲਬਾਤ ਦੇ ਵਿੱਚ ਵੀ ਲੋਕਾਂ ਨਾਲ ਮੀਡੀਆ ਰਾਹੀਂ ਇਹ ਗੱਲਬਾਤ ਕੀਤੀ ਹੈ ਕਿ ਸਰਕਾਰ ਜਿਹੜੇ ਢਰਰੇ ਤੇ ਜਿਹੜੇ ਰਾਹ ਚੱਲ ਰਹੀ ਆ ਉਹ ਰਾਹ ਠੀਕ ਨਹੀਂ ਹੈ। ਈਵਨ ਹਿੰਦੂਤਵ ਪੋਲਿਟਿਕਸ ਵਾਲੀ ਉਹ ਜਿਹੜੀ ਸੇਮ ਵਿਚਾਰਧਾਰਾ ਤੇ ਸੇਮ ਪੈਡਲ ਤੇ ਖੜੀ ਹੈ, ਸ਼ਿਵ ਸੈਨਾ ਮਹਾਰਾਸ਼ਟਰ 'ਚ ਸਰਕਾਰ ਹੈ, ਉਹ ਦੂਜੇ ਪਾਸੇ ਖੜੀ ਹੈ, ਉਹ ਕਹਿ ਰਹੀ ਹੈ ਕਿ ਤੁਸੀਂ ਗਲਤ ਕਰ ਰਹੇ ਹੋ। ਇਸ ਲਈ ਤੁਹਾਡੀ ਵਿਚਾਰਧਾਰਕ ਲਾਈਨ ਦੇ ਬੰਦੇ ਵੀ ਨਹੀਂ ਇਹਦੇ ਨਾਲ, ਔਰ ਕਿੰਨੇ ਹੀ ਜਿਹੜੇ ਸਵਦੇਸੀ ਦੇ ਪ੍ਰਚਾਰਕ ਨੇ ਆਰਐਸਐਸ ਦੇ ਵਿੱਚ ਹੁਣ ਤੱਕ, ਜਿਹੜੇ ਇਹ ਕਹਿੰਦੇ ਨੇ ਸਵਦੇਸੀ ਸਾਰਾ ਕੁਝ ਚਾਹੀਦਾ, ਤਾਂ ਜੇ ਉਹ ਕਾਰਪੋਰੇਟ ਦੇ ਹਮਾਇਤੀ ਬਣਦੇ ਨੇ ਤਾਂ ਸਵਦੇਸੀ ਦੀ ਆਰਐਸਐਸ ਦੀ ਵਿਚਾਰਧਾਰਾ ਕਿੱਥੇ ਗਈ? ਇਸ ਲਈ ਉਸ ਵਿਚਾਰਧਾਰਾ ਦਾ ਵੀ ਤਾਂ ਗੱਲ ਇੱਕ ਵੱਡੀ ਆਉਂਦੀ ਹੈ ਅਜੇ, ਪਰ ਕਿਉਂਕਿ ਦਬਦਬਾ ਜਿਹੜਾ ਮੋਦੀ ਤੇ ਸ਼ਾਹ ਦਾ ਤੇ ਕਾਰਪੋਰੇਟ ਦੇ ਪੈਸੇ ਦਾ, ਜਾਂ ਤਾਂ ਫਿਰ ਉਹਦੇ ਪਿੱਛੇ ਕਿਤੇ ਆਰਐਸਐਸ ਨੂੰ ਵੀ ਮੈਨੇਜ ਕੀਤਾ ਹੋਇਆ ਮੇਨ ਟੀਮ ਨੂੰ, ਕਿ ਜਿਹੜਾ ਪੈਸੇ 'ਚ ਬਹੁਤ ਤਾਕਤ ਕਿਹਾ ਜਾਂਦਾ, ਤੇ ਇਸ ਸਰਕਾਰ ਨੂੰ ਵੀ ਕੀਤਾ ਹੋਇਆ, ਤੇ ਤਾਂ ਨਹੀਂ ਉਹ ਕਰਦੇ। ਵਰਨਾ ਅੰਦਰ ਅਪਰੋਚ ਦੇ ਪੱਧਰ ਤੇ ਆਰਐਸਐਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਇੱਕ ਗੈਪ ਹੈ, ਤੇ ਉਹਦੇ 'ਚ ਉਹ ਗੱਲਾਂ ਹੁੰਦੀਆਂ ਵੀ ਨੇ, ਹੋ ਵੀ ਰਹੀਆਂ ਨੇ ਅੰਦਰ ਖਾਤੇ। ਜੀ। ਇੱਕ ਹਮੀਰ ਸਿੰਘ ਜੀ, ਵੱਡਾ ਸਵਾਲ ਇਹ ਵੀ ਆ ਰਿਹਾ ਹੈ ਵੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਕੱਲ ਸੰਯੁਕਤ ਕਿਸਾਨ ਮੋਰਚੇ ਵਿੱਚ 2 ਆਗੂਆਂ ਨੂੰ ਮੁਅੱਤਲ ਕਰ ਦਿੱਤਾ। ਅਸੀਂ ਜਾਣਨਾ ਚਾਹਾਂਗੇ ਉਹਦੇ ਕੀ ਕਾਰਨ ਸੀ ਤੇ ਉਹ ਕੌਣ ਸੀ? ਅਸਲ ਦੇ ਵਿੱਚ ਇਹੀ ਸੀ ਕਿ ਜਦੋਂ ਇਹ 26 ਜਨਵਰੀ ਵਾਲਾ ਕੇਸ ਹੋਇਆ, ਤਾਂ 26 ਜਨਵਰੀ ਵਾਲੇ ਕੇਸ ਦੇ ਵਿੱਚ ਜਿੱਥੇ ਉਹ ਜਥੇਬੰਦੀ ਸੀ ਇੱਕ ਜਿਹੜੀ ਸੰਯੁਕਤ ਮੋਰਚੇ 'ਚ ਨਹੀਂ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਜਥੇਬੰਦੀ ਉੱਧਰ ਗਈ, ਜਾਂ ਉਹਦੇ 'ਚੋਂ ਕੁਝ ਇੰਡੀਵਿਜੂਅਲ, ਪਹਿਲਾਂ ਜਿਹਨੂੰ ਦੀਪ ਸਿੱਧੂ ਜਾਂ ਲੱਖਾ ਸਿਧਾਣੇ ਦੀ ਗੱਲ ਕੀਤੀ ਜਾਂਦੀ ਹੈ, ਤੇ ਇਹ 2 ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦਾ ਮੈਂਬਰ ਸੀਗੀਆਂ, ਇੱਕ ਬੀਕੇਯੂ ਕ੍ਰਾਂਤੀਕਾਰੀ ਸੁਰਜੀਤ ਫੂਲ ਉਹਦਾ ਜਿਹਦਾ ਲੀਡਰ ਹੈ, ਇੱਕ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦਾ ਜਿਹੜਾ ਇੱਕ ਲੀਡਰ ਸੀਗਾ, ਔਰ ਉਹ ਜਿਹੜਾ ਹਰਪਾਲ ਸਿੰਘਾ, ਉਹ ਜਥੇਬੰਦੀਆਂ ਨੇ ਵੀ ਉਧਰ ਹੱਲਾਸ਼ੇਰੀ ਦਿੱਤੀ। ਉਹਨਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਨੇ ਸਾਡਾ ਅਨੁਸ਼ਾਸਨ ਤੋੜਿਆ, ਤੇ ਇਸੇ ਕਰਕੇ ਸਸਪੈਂਡ ਉਦੋਂ ਹੀ ਕਰਤੇ ਸੀ। ਸਸਪੈਂਡ ਕੀਤੇ ਹੋਏ ਨੇ, ਇੱਕ ਕਮੇਟੀ ਬਣਾਈ ਹੋਈ ਹੈ, ਤੇ ਉਹ ਕਮੇਟੀ ਬੈਠੀ ਹੈ, ਉਹਨੇ ਕੋਈ ਫੈਸਲਾ ਨਹੀਂ ਕੀਤਾ। ਹੁਣ ਟਵੀਟ ਕਰਤਾ ਇੱਕ ਬੰਦੇ ਨੇ ਕਿ ਸਾਡੇ ਬਾਰੇ ਕੋਈ ਫੈਸਲਾ ਲਓ, ਤੇ ਉਸ ਕਰਕੇ ਗੱਲ ਸਾਹਮਣੇ ਆ ਗਈ ਵੱਡੇ ਪੱਧਰ ਦੇ ਉੱਤੇ। ਮੈਨੂੰ ਲੱਗਦਾ ਸੰਯੁਕਤ ਮੋਰਚੇ ਦੇ ਵਿੱਚ ਵੀ ਇੱਕ ਗੱਲ ਰਹੀ ਕਿ ਤੁਰੰਤ ਜੇ ਫੈਸਲਾ ਲੈ ਕੇ ਉਹਨੂੰ ਬਹਾਲ ਕਰਦੇ ਨੇ ਤਾਂ ਇਹ ਹੋਊਗਾ, ਫਿਰ ਤੁਸੀਂ ਪੰਨੂ ਤੇ ਉਹ ਦੂਜੇ ਗਰੁੱਪ ਨੂੰ ਤਾਂ ਗਦਾਰ ਕਹਿ ਰਹੇ ਹੋ, ਫਿਰ ਇਹਨਾਂ ਨੂੰ ਕਿਵੇਂ ਉਹ ਕਹਿ ਰਹੇ ਹੋ? ਜੇ ਉਹ ਤੁਰੰਤ ਨਹੀਂ ਕਰਦੇ, ਇਹਨਾਂ ਨੂੰ ਪੂਰੀ ਤਰ੍ਹਾਂ ਕੱਢਦੇ ਨੇ, ਤਾਂ ਸੰਯੁਕਤ ਮੋਰਚੇ ਦਾ ਏਕਾ ਟੁੱਟਦਾ। ਇਹ ਦੁਬਿਧਾ ਤਾਂ ਹੈਗੀ ਉਹ ਹੈ। ਇਹਨਾਂ ਦੁਬਿਧਾਵਾਂ ਨੂੰ ਮੈਨੂੰ ਲੱਗਦਾ ਕਿ ਸੰਯੁਕਤ ਮੋਰਚਾ ਤੇ ਸਾਰੇ ਲੋਕਾਂ ਨੂੰ ਇਹ ਕਰਨਾ ਚਾਹੀਦਾ ਕਿ ਗਲਤੀਆਂ ਹੈਗੀਆਂ ਨੇ, ਗਲਤੀਆਂ ਨੂੰ ਦੁਰਸਤ ਕਰਨਾ ਤੇ ਕਿਸਾਨੀ ਮੂਵਮੈਂਟ ਦੇ ਵਿੱਚ ਏਕਾ ਕਾਇਮ ਰੱਖਣਾ ਸਭ ਤੋਂ ਬੜੀ ਗੱਲ ਹੈ। ਔਰ ਉਹ ਅੱਗੇ ਤੋਂ ਕੋਈ ਵੀ ਨਾ ਕਰੇ, ਜਿਹੜੇ ਵੀ ਮਰਜ਼ੀ ਉਹਨਾਂ ਨੂੰ ਹੁਣ ਤੱਕ ਇਹ ਕਹਾ ਕਿ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਅੰਦਰ ਖਾਤੇ ਜੋ ਗਲਤੀਆਂ ਹੈਗੀਆਂ ਨੇ, ਸਭ ਨੂੰ, ਕਿਸੇ ਨੂੰ ਗਦਾਰ ਜਿਹਨੂੰ ਮਰਜ਼ੀ ਕਹਿ ਲਓ, ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਲਓ, ਉਹਦੇ ਨਾਲ ਕੰਮ ਨਹੀਂ ਚੱਲਣਾ। ਇਹ ਗਦਾਰੀਆਂ ਵਾਲੇ ਕੰਮ ਮੂਵਮੈਂਟਾਂ ਨੂੰ ਫਲਾਪ ਕਰ ਦਿੰਦੇ ਨੇ। ਮੂਵਮੈਂਟ ਇਕੱਠੀ ਰੱਖਣਾ ਤੇ ਮਜਬੂਰ ਕਰਨਾ ਸਭ ਨੂੰ, ਲੋਕ ਵੀ ਮਜਬੂਰ ਕਰ ਰਹੇ ਨੇ ਕਿ ਕੋਈ ਵੀ ਜਿਹੜਾ ਇੱਧਰ ਉੱਧਰ ਜਾਏਗਾ ਉਹਦੇ ਨਾਲੋਂ ਟੁੱਟ ਜਾਣਗੇ ਤੇ ਉਹਦੇ ਖਿਲਾਫ ਉਹ ਭੁਗਤਣਗੇ। ਜਿਹੜੀ ਆਪਸੀ ਲੜਾਈ ਹੈ, ਫਿਰ ਲੋਕ ਵੀ ਫਟ ਜਾਣਗੇ ਇੱਕ ਦੂਜੇ ਦੇ ਖਿਲਾਫ। ਜੇ ਲੋਕ ਫਟਦੇ ਨੇ ਤਾਂ ਇਹਦਾ ਮਤਲਬ ਅੰਦੋਲਨ ਵੀਕ ਹੁੰਦਾ ਹੈ। ਅੰਦੋਲਨ ਨੂੰ ਕਮਜ਼ੋਰ ਨਹੀਂ ਕਰਨਾ, ਔਰ ਅੰਦੋਲਨ ਨੂੰ ਇੱਕ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਦਰੁਸਤ ਕਰਨਾ, ਇਹੀ ਲੀਡਰਸ਼ਿਪ ਦੀ ਕਾਬਲੀਅਤ ਹੈ। ਜੀ ਹਮੀਰ ਸਿੰਘ ਜੀ, ਕਿਸਾਨੀ ਸੰਘਰਸ਼ ਇੱਕ ਵੱਡਾ ਚਿਹਰਾ ਬਣ ਚੁੱਕੇ ਰਾਕੇਸ਼ ਟਕੈਤ ਨੇ ਜਿਹੜਾ ਹੈਗਾ ਇਸ ਸੰਘਰਸ਼ ਨੂੰ ਜਿਹੜਾ ਹੈਗਾ ਅੱਗੇ ਵਧਾਉਂਦਿਆਂ ਹੋਇਆ ਕੇਂਦਰ ਸਰਕਾਰ ਨੂੰ 2 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ। ਅਸੀਂ ਜਾਣਨਾ ਚਾਹਾਂਗੇ, ਜਿਵੇਂ ਉਹਨਾਂ ਨੇ 2 ਅਕਤੂਬਰ ਤੱਕ ਦਾ ਸਮਾਂ ਦਿੱਤਾ, ਇਹ ਕਿਸਾਨੀ ਸੰਘਰਸ਼ ਦੀ ਜਿਹੜੀ ਗੱਲਬਾਤ ਹੈ ਉਹ ਕਿਵੇਂ ਅੱਗੇ ਤੁਰੇਗੀ, ਜਿਵੇਂ ਇੰਨਾ ਲੰਬਾ ਸਮਾਂ ਦੇ ਦਿੱਤਾ? ਮੈਨੂੰ ਲੱਗਦਾ ਕਿ ਉਹ ਅਕਤੂਬਰ ਤੱਕ ਵੀ ਤਾਂ ਦੇਣਾ ਪਿਆ ਸਰਕਾਰ ਦੇ ਲੱਛਣ ਦੇਖ ਕੇ। ਜਿਹੋ ਜਿਹਾ ਵਰਤਾਓ ਸਰਕਾਰ ਪਾਰਲੀਮੈਂਟ ਦੇ ਅੰਦਰ ਕਰ ਰਹੀ ਹੈ ਜਾਂ ਪਾਰਲੀਮੈਂਟ ਦੇ ਬਾਹਰ ਕਰ ਰਹੀ ਹੈ, ਬਾਹਰ ਜਿਸ ਤਰ੍ਹਾਂ ਦੇ ਬੈਰੀਕੇਡ ਲਾਏ ਨੇ, ਬਾਹਰ ਜਿਸ ਤਰ੍ਹਾਂ ਐਮਪੀਆਂ ਨੂੰ ਵੀ ਮਿਲਣ ਨਹੀਂ ਦਿੱਤਾ, ਉੱਥੇ ਤੱਕ ਜਾਣ ਨਹੀਂ ਦਿੱਤਾ, ਪਾਰਲੀਮੈਂਟ ਚੱਲਦੀ ਹੋਵੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਮਿਲਣ ਨਾ ਦਿੱਤਾ ਜਾਂਦਾ ਹੋਵੇ, ਤਾਂ ਆਮ ਲੋਕਾਂ ਦਾ ਤਾਂ ਕੀ ਹਾਲ ਹੋਣਾ? ਤੇ ਦੂਜੇ ਬੰਦਿਆਂ ਤੇ ਝੂਠੇ ਕੇਸ ਦਰਜ ਕਰਕੇ ਜੋ ਵੀ ਮਰਜ਼ੀ ਤੁਸੀਂ ਜੇਲ੍ਹਾਂ 'ਚ ਕਰੋ, ਔਰ ਜ਼ਬਰਦਸਤੀ ਤੁਸੀਂ ਇਹ ਕਹੀਆਂ ਨੇ ਤਿਰੰਗੇ ਦਾ ਅਪਮਾਨ ਹੋਇਆ। ਸ਼ਿਵ ਸੈਨਾ ਵਾਲਿਆਂ ਨੇ ਕੀ ਕਿਹਾ? ਸਾਹਮਣਾ ਨੇ ਇੱਕ ਐਡੀਟੋਰੀਅਲ ਵੀ ਲਿਖਿਆ ਜਿਹੜਾ ਉਹਨਾਂ ਦਾ ਮਾਊਥ ਪੀਸ ਹੈ ਸ਼ਿਵ ਸੈਨਾ ਦਾ, ਕਿ ਤੁਸੀਂ ਇੱਕ ਵੀ ਵੀਡੀਓ ਦਿਖਾ ਦਿਓ ਜਿੱਥੇ ਤਿਰੰਗਾ ਕਿਸੇ ਨੇ ਪੈਰਾਂ 'ਚ ਰੋਲਿਆ ਹੋਵੇ, ਜਿੱਥੇ ਤਿਰੰਗੇ ਨਾਲ ਨੂੰ ਕਿਸੇ ਨੇ ਹੱਥ ਵੀ ਲਾਇਆ ਹੋਵੇ, ਤਾਂ ਅਸੀਂ ਮੰਨ ਲਾਂਗੇ ਤਿਰੰਗੇ ਦੀ ਤੋਹੀਨ ਨਹੀਂ। ਇਹ ਵਰਤਾਂਤ ਕਿਉਂ ਸਿਰਜਿਆ ਜਾ ਰਿਹਾ ਤਿਰੰਗੇ ਦੀ ਤੋਹੀਨ? ਔਰ ਇਹ ਤਾਂ ਉਹ ਕਹਿ ਰਹੀ ਹੈ ਜਿਹੜੀ ਤਿਰੰਗੇ ਲਈ ਮਰ ਮਿਟਣ ਵਾਲੀ ਗੱਲ ਕਰਦੀ ਹੈ। ਵੈਸੇ ਵੀ ਹਿੰਦੂਤਵ ਦੀ ਪੋਲਿਟਿਕਸ ਦੇ ਨਾਲ ਰਿਲੇਟਡ ਹੈ। ਸ਼ਿਵ ਸੈਨਾ ਨੇ ਆਪਦੇ ਉਹਦੇ 'ਚ ਲਿਖਿਆ, ਫਿਰ ਸਰਕਾਰ ਜਵਾਬ ਦੇਵੇ ਜਾਂ ਉਹਨਾਂ ਖਿਲਾਫ ਕੋਈ ਮੁਕੱਦਮਾ ਕਰੇ ਕਿ ਤੁਸੀਂ ਝੂਠ ਬੋਲ ਰਹੇ ਹੋ। ਕੋਈ ਗੱਲ ਤਾਂ ਕਰਨੀ ਚਾਹੀਦੀ ਹੈ। ਇਸ ਕਰਕੇ ਝੂਠਾ ਜਿਹੜਾ ਬਿਰਤਾਂਤ ਹੈ ਇਹਦੇ ਤੋਂ ਫਿਰ ਲੱਗਿਆ, ਮੇਰਾ ਖਿਆਲ ਹੈ ਉਹਨਾਂ ਨੂੰ ਲੱਗਿਆ ਹੋਣਾ ਵੀ ਐਡੀ ਜਲਦੀ ਤਾਂ ਗੱਲ ਹੋਣੀ ਨਹੀਂ ਤੇ ਗੱਲ ਤਾਂ ਲੰਮੀ ਹੋਏਗੀ। ਤਾਂ ਇੱਕ ਇਹ ਕਾਰਨ ਹੋ ਸਕਦਾ। ਦੂਜਾ ਕਾਰਨ ਮੈਨੂੰ ਲੱਗਦਾ ਇਹ ਹੋ ਸਕਦਾ
ਕਿ ਉਹ ਇਹ ਮੈਸੇਜ ਦੇਣਾ ਚਾਹੁੰਦੇ ਸੀ ਸਰਕਾਰ ਨੂੰ ਕਿ ਜਿਹੜਾ ਤੁਹਾਨੂੰ ਲੱਗਦਾ ਨਾ ਵੀ ਇਹ ਥੱਕਿਆ ਜਾ ਸਕਦਾ ਹੈ, ਅੰਦੋਲਨ ਅੱਕ ਜੂਗਾ ਜਾਂ ਬੰਦੇ ਘਟ ਜਾਣਗੇ, ਇਹ ਕੋਈ ਗੱਲ ਨਹੀਂ ਹੈ। ਯੂਪੀ ਦੇ ਵਿੱਚ ਤਾਂ ਖਾਸ ਤੌਰ ਤੇ ਹੁਣ ਗੰਨਾ ਬੈਲਟ ਬਹੁਤ ਵੱਡਾ ਇੱਕ ਸੀਜ਼ਨ ਦਾ ਟਾਈਮ ਹੈ, ਲੋਕ ਗੰਨੇ ਵੱਢ ਲਿਜਾ ਰਹੇ ਨੇ। ਇੰਨੇ ਸੀਜ਼ਨ 'ਚ ਵੀ ਜੇਕਰ ਇੰਨੇ ਲੋਕ ਮੈਨੇਜ ਕਰਕੇ ਆ ਰਹੇ ਨੇ ਆਪਣੇ ਤਰੀਕੇ ਦੇ ਨਾਲ ਸਾਰਾ ਉੱਠ ਕੇ, ਤਾਂ ਉਦੋਂ ਬਾਅਦ ਉਹ ਕਹਿੰਦਾ ਫਿਰ ਤਾਂ ਵਿਹਲਾ ਕੰਮ ਹੈ ਅਗਲਾ ਤਾਂ ਫਿਰ ਅਸੀਂ ਆਉਂਦੇ ਰਹਾਂਗੇ ਉਸ ਲੈਵਲ ਦੇ। ਇਹ ਸਰਕਾਰ ਨੂੰ ਵੀ ਇੱਕ ਚੁਣੌਤੀ ਹੈ ਕਿ ਫਿਰ ਜੇ ਲੜਾਈ ਹੈ ਲੰਮੀ ਆਰ ਪਾਰ ਦੀ ਹੈ, ਅੱਜ ਮੰਨਣਾ ਜਾਂ ਕੱਲ੍ਹ ਮੰਨਣਾ, ਅਕਤੂਬਰ ਤੱਕ ਮੰਨਣਾ, ਦੇਖ ਲਓ ਤੁਹਾਡੀ ਇੱਛਾ ਹੈ। ਤੇ ਇਸੇ ਚੋਂ ਹੀ ਇਹ ਗੱਲ ਮਤਲਬ ਇੱਕ ਦ੍ਰਿੜਤਾ ਸਾਬਤ ਕਰਦੀ ਹੈ ਕਿਸਾਨਾਂ ਦੀ, ਕਿਸਾਨ ਲੀਡਰਸ਼ਿਪ ਦੀ, ਔਰ ਲੜਨ ਦੇ ਦਮਖਮ ਨੂੰ ਪ੍ਰਤੀਨਿਧ ਕਰਦੀ ਹੈ। ਜੀ ਹਮੀਰ ਸਿੰਘ ਜੀ, ਇਹ ਗੱਲਾਂ ਤਾਂ ਸੀਗੀਆਂ ਕਿਸਾਨੀ ਸੰਘਰਸ਼ ਦੀਆਂ। ਇਹਦੇ ਨਾਲ ਹੀ ਅਸੀਂ ਹੁਣ ਗੱਲ ਕਰਾਂਗੇ ਉੱਤਰਾਖੰਡ ਦੀ, ਜਿੱਥੇ ਕਿ ਅੱਜ ਬਹੁਤ ਹੀ ਦੁਖਦਾਈ ਤਰਾਸਦੀ ਜਿਹੜੀ ਹੈ ਵਾਪਰੀ ਹੈ। ਪਹਿਲਾਂ ਵੀ ਉੱਤਰਾਖੰਡ 'ਚ ਕਈ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਹੈਗੀਆਂ ਵਾਪਰ ਚੁੱਕੀਆਂ, ਅਤੇ ਅੱਜ ਵੀ ਜਿਹੜਾ ਹੈਗਾ ਉੱਥੇ ਬਹੁਤ ਤਰਾਸਦੀ ਦਾ ਕੰਮ ਹੋਇਆ। ਸੈਂਕੜੇ ਲੋਕ ਜਿਹੜੇ ਹੈ ਉਹਨਾਂ ਦਾ ਪਤਾ ਨਹੀਂ ਲੱਗ ਪਾ ਰਿਹਾ ਉਹ ਕਿੱਥੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਕੀ ਕੁਝ ਹੋਇਆ ਅਤੇ ਹੁਣ ਤੱਕ ਉਹ ਕੀ ਮਾਮਲਾ ਕੀ ਪਤਾ ਲੱਗ ਸਕਿਆ, ਕੀ ਕਰਨ ਰਹੇ ਨੇ। ਅਸਲ ਦੇ ਵਿੱਚ ਤਕਨੀਕੀ ਤੁਰੰਤ ਦਾ ਕਾਰਨ ਤਾਂ ਜੋ ਮਰਜ਼ੀ ਰਿਹਾ ਹੋਏਗਾ। ਪਹਿਲਾਂ ਵੀ 2013 ਜੂਨ 2013 ਦੇ ਵਿੱਚ ਵੀ ਕਿੰਨਾ ਵੱਡਾ ਫਲੱਡ ਆ ਗਏ ਸੀ, ਕਹਿੰਦੇ ਜੀ ਕਲਾਉਡ ਬਰਸਟ ਹੋ ਗਏ ਸੀ, ਬੱਦਲ ਫਟ ਗਏ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ। ਉਦੋਂ ਵੀ ਲਗਭਗ 6000 ਦੇ ਨੇੜੇ ਤੇੜੇ ਕਿਹਾ ਜਾ ਰਿਹਾ ਸੀ ਮੌਤਾਂ ਹੋਈਆਂ ਸੀ, ਕਿੰਨੇ ਹੀ ਬੰਦੇ, ਕਿੰਨਾ ਹੀ ਬਾਕੀ ਮਾਲੀ ਨੁਕਸਾਨ ਹੋਇਆ, ਸਾਰਾ ਵੱਖ-ਵੱਖ ਟਾਈਪ ਦਾ। ਔਰ ਈਵਨ ਇਕੱਲਾ ਇੱਥੇ ਨਹੀਂ, ਦੇਸ਼ ਜਾਂ ਦੁਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਇਹੋ ਜਿਹੇ ਕੁਦਰਤੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਇਹ ਅਸਲ ਦੇ ਵਿੱਚ ਇਹ ਹੈ, ਜੇ ਕਿਸਾਨ ਅੰਦੋਲਨ ਨੂੰ ਵੀ ਸਮਝਣਾ ਹੋਵੇ ਜਾਂ ਇਹੋ ਜਿਹੀਆਂ ਘਟਨਾਵਾਂ ਨੂੰ, ਇਹਦੀ ਇੱਕੋ ਹੀ ਅਪਰੋਚ ਹੈ। ਇੱਕ ਅਪਰੋਚ ਹੈ ਕਿ ਅਸੀਂ ਕੁਦਰਤ ਦੇ ਨਾਲ ਇੰਨੀ ਜ਼ਿਆਦਾ ਛੇੜਛਾੜ ਕਰ ਰਹੇ ਹਾਂ ਆਪਣੇ ਮੁਨਾਫੇ ਦੇ ਵਾਸਤੇ। ਅਸੀਂ ਪਹਾੜਾਂ ਦੇ ਪਹਾੜ ਢਾਲ ਰਹੇ ਹਾਂ, ਪਹਾੜਾਂ ਦੇ ਵਿੱਚ ਜੰਗਲ ਤੱਕ ਨਹੀਂ ਰਹਿਣ ਦਿੰਦੇ, ਉੱਥੇ ਦੇ ਦਰਖਤ ਕੱਟ ਰਹੇ ਹਾਂ, ਕੁਦਰਤ ਦਾ ਸੱਤਿਆਨਾਸ਼ ਕਰ ਰਹੇ ਹਾਂ। ਔਰ ਉਹ ਕੁਦਰਤ ਦਾ ਜਦੋਂ ਸੱਤਿਆਨਾਸ਼ ਹੁੰਦਾ ਹੈ, ਅਸੀਂ ਕੁਦਰਤ ਦੇ ਜਿਹੜੇ ਪਾਣੀ ਦੇ ਜਨਰਲ ਵਹਾਅ ਹੁੰਦੇ ਨੇ ਉਹਨਾਂ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਪਾ ਲਈਆਂ, ਉਹਨਾਂ ਦੇ ਰਾਹ ਰੋਕਤੇ ਨੇ। ਉਹ ਸਾਰੀਆਂ ਚੀਜ਼ਾਂ ਜਿਸ ਲੈਵਲ ਦਾ ਅਸੀਂ ਡਿਵੈਲਪਮੈਂਟ ਦਾ ਮਾਡਲ ਸਿਰਜਿਆ, ਜਿਹਨੂੰ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਕਹਿੰਦੇ ਆ, ਜਾਂ ਮੁਨਾਫੇ ਤੇ ਪੂੰਜੀ ਤੇ ਉਸਰਿਆ ਜਿਹੜਾ ਵਿਕਾਸ ਦਾ ਮਾਡਲ ਕਹਿੰਦੇ ਆ। ਇਸੇ ਕਰਕੇ ਇਹਨੂੰ ਇਹ ਕਿਹਾ ਜਾਂਦਾ ਕਿ ਕੁਦਰਤ ਦੇ ਵੀ ਖਿਲਾਫ ਹੈ ਤੇ ਇਹ ਮਨੁੱਖ ਦੇ ਵੀ ਖਿਲਾਫ ਹੈ। ਕੁਦਰਤ ਦੇ ਖਿਲਾਫ ਇਸ ਕਰਕੇ ਕਿ ਕੁਦਰਤ ਦੇ ਨਿਯਮ ਨੂੰ ਤੋੜ ਰਿਹਾ। ਕੁਦਰਤ ਦੇ ਨਿਯਮ ਨੂੰ ਜਦੋਂ ਤੁਸੀਂ ਤੋੜਦੇ ਹੋ, ਕੁਦਰਤ ਤਾਂ ਇੰਨੀ ਸ਼ਕਤੀ ਹੈ ਆਪਣੇ ਆਪ ਹੀ, ਉਹ ਤੁਹਾਡਾ ਸਭ ਕੁਝ ਰੋੜ ਦਿੰਦੀ ਹੈ। ਜਦੋਂ ਤੁਸੀਂ ਜ਼ਿਆਦਾ ਕਰਦੇ ਹੋ, ਮਾੜਾ ਮੋਟਾ ਛੇੜਛਾੜ ਝੱਲ ਲੈਂਦੀ ਹੈ, ਪਰ ਨਹੀਂ ਤਾਂ ਵੱਡੇ ਤੋਂ ਵੱਡਾ ਸੋਕਾ ਪੈ ਗਿਆ, ਵੱਡੇ ਤੋਂ ਵੱਡਾ ਹੜ੍ਹ ਆ ਗਿਆ, ਵੱਡੇ ਤੋਂ ਵੱਡਾ ਭੁਚਾਲ ਆ ਗਿਆ, ਤੇ ਉਹਦੇ ਲਈ ਤਾਂ ਕੋਈ ਮਾਨੇ ਨਹੀਂ ਰੱਖਦੇ ਬੰਦੇ ਜਾਂ ਬੰਦਿਆਂ ਦੇ ਜਾਤ ਦੇ ਲੱਖਾਂ ਕਰੋੜਾਂ ਜਦ ਮਰਜ਼ੀ ਖਤਮ ਹੋ ਜਾਣਗੇ। ਇਸ ਲਈ ਕੁਦਰਤ ਨਾਲ ਟੱਕਰ ਲੈਣ ਦਾ ਜਿਹੜਾ ਮਾਨਸਿਕਤਾ ਬਣੀ ਹੋਈ ਹੈ, ਔਰ ਜਾਂ ਇੱਕ ਹਵਸ ਹੈ ਜਿਹੜੀ ਸਭ ਤੋਂ ਜ਼ਿਆਦਾ ਦੌਲਤ ਕਮਾਉਣ ਦੀ, ਇਹ ਦੋਨਾਂ ਟਾਈਪ ਦੀ ਮਾਨਸਿਕਤਾ ਜਿਹੜੀ ਇਹ ਇਹਨਾਂ ਚੀਜ਼ਾਂ ਦੀ ਵੱਡੇ ਪੱਧਰ 'ਤੇ ਜ਼ਿੰਮੇਵਾਰ ਹੈ। ਔਰ ਜਦੋਂ ਇੱਕ ਘਟਨਾ ਵਾਪਰਦੀ ਹੈ ਉਦੋਂ ਇਹ ਡਿਬੇਟ ਚੱਲਦੀ ਹੈ ਅਖਬਾਰਾਂ 'ਚ ਵੀ, ਟੈਲੀਵਿਜ਼ਨ 'ਤੇ, ਕੁਦਰਤ ਨਾਲ ਛੇੜਛਾੜ ਠੀਕ ਨਹੀਂ ਹੈ, ਬਾਕੀ ਚੀਜ਼ਾਂ ਠੀਕ ਨਹੀਂ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। ਪਰ ਜਿਵੇਂ ਕਹਿੰਦੇ ਨੇ, ਉਹੀ ਸਾਹਿਬ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਮੁੜ ਕੇ ਫਿਰ ਉੱਥੇ ਹੀ ਆ ਜਾਂਦੇ ਆ। ਥੋੜ੍ਹਾ ਜਿਹਾ ਭੁੱਲ ਜਾਂਦੇ ਆ ਵੀ ਚਲੋ ਮੌਤਾਂ ਹੋ ਗਈਆਂ, ਕੋਈ ਗੱਲ ਨਹੀਂ, ਫਰਕ ਉਹੀ ਚੀਜ਼ਾਂ ਹੋ ਜਾਂਦੀਆਂ ਨੇ। ਔਰ ਉਸੇ ਤਰੀਕੇ ਦੇ ਨਾਲ ਬਾਰ-ਬਾਰ ਇਹ ਘਟਨਾਵਾਂ ਐਡੀਆਂ ਵਾਪਰ ਰਹੀਆਂ ਨੇ ਔਰ ਵਾਪਰਦੀਆਂ ਰਹਿਣਗੀਆਂ ਜਿੰਨਾ ਚਿਰ ਡਿਵੈਲਪਮੈਂਟ ਦੇ ਮਾਡਲ ਤੋਂ ਤੋਬਾ ਨਹੀਂ ਕੀਤੀ ਜਾਂਦੀ। ਔਰ ਮਨੁੱਖਾਂ ਦਾ ਨੁਕਸਾਨ ਸਾਡੇ ਸਾਹਮਣੇ ਹੋ ਹੀ ਰਿਹਾ, ਗਰੀਬੀ ਤੇ ਅਮੀਰੀ ਦੇ ਪਾੜੇ ਵੀ ਵੱਧ ਰਹੇ ਨੇ। ਸਭ ਚੀਜ਼ਾਂ ਇਸ ਮਾਡਲ ਦੇ ਵਿੱਚ ਪਈਆਂ ਨੇ। ਦੁਨੀਆ ਨੂੰ ਨਹੀਂ ਤਾਂ ਰੀਓ ਡੀ ਜਨੇਰੀਓ ਤੋਂ 1992 ਤੋਂ ਲੈ ਕੇ ਦੁਨੀਆ ਸੋਚਦੀ ਆ ਰਹੀ ਹੈ ਕਿ ਇਹ ਮਾਡਲ ਨੂੰ ਬਦਲਣਾ ਚਾਹੀਦਾ ਹੈ। ਗ੍ਰੀਨ ਹਾਊਸ ਗੈਸੇਜ ਦਾ ਜਿਹੜਾ ਇੰਪੈਕਟ ਹੈ, ਪ੍ਰਭਾਵ ਹੈ, ਆਲਮੀ ਤਪਸਦ ਨੂੰ ਜਿਹੜਾ ਰੋਕਣ ਦਾ ਸਵਾਲ ਹੈ, ਸਾਂਝੇ ਤੌਰ 'ਤੇ ਕਰੋ। ਔਰ ਪੈਰਿਸ 'ਚ ਵੀ 2015 ਦਾ ਇੱਕ ਸਮਝੌਤਾ ਹੋਇਆ, ਉਸੇ ਤਰੀਕੇ ਦੇ ਨਾਲ 196 ਮੁਲਕਾਂ ਦਾ ਸਮਝੌਤਾ ਹੈ, ਪਰ ਉਹ 'ਤੇ ਕੋਈ ਅਮਲ ਕਰਨ ਲਈ ਤਿਆਰ ਨਹੀਂ ਹੈ। ਅਤੇ ਜੇ ਤੁਸੀਂ ਅਮਲ ਉਹਦੇ 'ਤੇ ਨਹੀਂ ਕਰੋਗੇ, ਐਂਟੀ ਕੁਦਰਤ ਚੱਲੋਗੇ, ਤਾਂ ਕੁਦਰਤ ਦਾ ਉਹਦਾ ਜਿਹੜਾ ਦੁਖਾਂਤ ਵੀ ਤੁਹਾਨੂੰ ਭੁਗਤਣਾ ਹੀ ਪੈਣਾ ਹੈ। ਇਸ ਕਰਕੇ ਇਹ ਵੱਡਾ ਸਵਾਲ ਹੈ ਸਾਡੇ ਵਰਗੇ ਦੇਸ਼ ਦੇ ਵਾਸਤੇ, ਜਿਹੜਾ ਇਹ ਕਹਿੰਦਾ ਹੈ ਕੁਦਰਤ ਨਾਲ ਇੱਕ ਮੁੱਕ ਹੈ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ, ਪੈਗੰਬਰਾਂ ਦਾ ਦੇਸ਼ ਹੈ, ਇਹ ਬੜਾ ਉਸ ਲੈਵਲ ਦਾ। ਔਰ ਜਿਵੇਂ ਗੁਰਬਾਣੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੁਸੀਂ ਉਹ ਸਾਰੀਆਂ ਚੀਜ਼ਾਂ ਦਾ ਦੋਹਣ ਕਰ ਰਹੇ ਹੋ, ਸਾਰੀਆਂ ਚੀਜ਼ਾਂ ਨੂੰ ਬਰਬਾਦ ਕਰ ਰਹੇ ਹੋ, ਤੁਸੀਂ ਉਹ ਤੋਂ ਸਬਕ ਨਹੀਂ ਸਿੱਖ ਰਹੇ। ਤਾਂ ਇਹ ਘਟਨਾਵਾਂ, ਇਹ ਦੁਖਦਾਈ ਘਟਨਾਵਾਂ ਇਸ ਲਈ ਵਾਪਰ ਰਹੀਆਂ ਨੇ। ਹੁਣ ਕਿੰਨਿਆਂ ਦੇ ਲੋਕਾਂ ਦੇ ਘਰ ਉਜੜਨਗੇ, ਕਿੰਨੇ ਲੋਕਾਂ ਦੇ ਜਾਨ ਚਲੀ ਜਾਊਗੀ, ਇਹ ਇਸ ਲੈਵਲ ਦਾ ਦੁੱਖ ਹੈ। ਪਰ ਜਿਹੜੇ ਪਾਲਿਸੀ ਮੇਕਰ ਨੇ, ਨੀਤੀ ਘਾੜੇ ਨੇ, ਜਿਹੜੇ ਸੋ ਕਾਲਡ ਪੜ੍ਹੇ ਲਿਖੇ ਬੰਦੇ ਕਹਿੰਦੇ ਅਸੀਂ ਅਗਵਾਈ ਦੇ ਰਹੇ ਹਾਂ, ਇਹ ਉਹਨਾਂ ਦੀ ਜ਼ਿੰਮੇਵਾਰੀ ਆ, ਉਹ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਤੋਂ। ਜੀ, ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ,
ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਕੁਦਰਤ ਨਾਲ ਜੇ ਛੇੜਛਾੜ ਕਰਦੇ ਰਹਾਂਗੇ ਤਾਂ ਉਹਦਾ ਦੁਖਾਂਤ ਵੀ ਜਿਹੜਾ ਹੈ ਮਨੁੱਖ ਨੂੰ ਹੀ ਝੱਲਣਾ ਪਵੇਗਾ। ਇਸ ਲਈ ਕੁਦਰਤ ਨਾਲ ਬਹੁਤੀ ਛੇੜਛਾੜ ਕਰਨ ਦੀ ਲੋੜ ਨਹੀਂ ਹੁੰਦੀ ਤੇ ਇਹ ਵਿਕਾਸ ਦੇ ਨਾਂ 'ਤੇ ਛੇੜਛਾੜ ਕੀਤੀਆਂ ਗਲਤ ਨੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।